ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਕੇਂਦਰ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ, ਪਰ ਇਸ ਸਭ ਦੇ ਵਿਚਾਲੇ ਕਿਸਾਨਾਂ ਨੂੰ ਵੱਡਾ ਸਾਥ ਮਿਲ ਰਿਹਾ ਹੈ। ਆਮ ਲੋਕਾਂ ਦੇ ਨਾਲ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਵੀ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਨੇ। ਮੇਰੇ ਨਾਲ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਮੌਜੂਦ ਨੇ। ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ ਕਿ ਉਹ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ। ਜਸਟਿਸ ਰਣਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੁਸੀਂ ਖੇਤੀ ਕਾਨੂੰਨਾਂ ਨੂੰ ਲੈ ਕੇ, ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੂੰ ਸਾਥ ਦੇ ਰਹੇ ਹੋ, ਕੀ ਕਹਿਣਾ ਤੁਹਾਡਾ? ਹਾਂਜੀ, ਮੈਂ ਬੇਸਿਕਲੀ I belong to ਕਿਸਾਨੀ ਫੈਮਿਲੀ। I have a rural background and ਮੈਨੂੰ ਇਹਨਾਂ ਦੇ ਦੁੱਖ ਦਰਦ ਦਾ ਮਹਿਸੂਸ ਹੈ, ਮੈਨੂੰ ਸਮਝ ਹੈ ਉਸ ਦੀ। ਇਸ ਕਰਕੇ ਮੈਂ ਸੋਚਿਆ ਕਿ ਜਿਹੜੀ ਕਿਸਾਨਾਂ ਨਾਲ ਜ਼ਿਆਦਤੀ ਹੋ ਰਹੀ ਹੈ ਉਹਦੇ ਬਾਰੇ ਮੈਂ ਆਪਣਾ ਵਿਚਾਰ ਜ਼ਰੂਰ ਆਪਣੇ ਲੋਕਾਂ ਦੇ ਵਿੱਚ ਲਿਆਵਾਂ ਤੇ ਪ੍ਰਗਟ ਕਰਾਂ। ਜੀ, ਤੁਹਾਡਾ ਵਿਚਾਰ ਕੀ ਕਹਿੰਦਾ ਹੈ? ਖੇਤੀ ਕਾਨੂੰਨਾਂ ਨੂੰ ਲੈ ਕੇ ਤੁਹਾਡਾ ਨਜ਼ਰੀਆ ਕੀ ਹੈ? ਇਹ ਖੇਤੀ ਕਾਨੂੰਨ ਜਿਹੜੇ ਜੀ, ਇਹ ਮੇਰੇ ਸਮਝ ਦੇ ਮੁਤਾਬਿਕ ਜੋ ਮੈਂ ਇਹਨਾਂ ਨੂੰ ਸਮਝਿਆ ਉਹ ਬੇਸਿਕਲੀ ਕਾਰਪੋਰੇਟਸ ਨੂੰ ਹੈਲਪ ਕਰਨ ਲਈ ਬਣਾਏ ਗਏ ਨੇ। ਇਹਦੇ 'ਚ ਕਿਸਾਨਾਂ ਦੀ ਕੋਈ ਮੈਨੂੰ ਇਹਦੇ 'ਚ ਨਜ਼ਰ ਨਹੀਂ ਆਉਂਦੀ ਕਿ ਉਹਨਾਂ ਦਾ ਕੋਈ ਫਾਇਦਾ ਹੋਏਗਾ ਇਹਨਾਂ ਕਾਨੂੰਨਾਂ ਦੇ ਨਾਲ। ਇਹ ਜਿਹੜੇ ਤਿੰਨੇ ਕਾਨੂੰਨ ਜਿਹੜੇ ਬਣਾਏ ਗਏ ਨੇ ਉਹ ਬਿਲਕੁਲ ਕਾਰਪੋਰੇਟਸ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਏ ਗਏ ਨੇ। ਜਿਸ ਤਰ੍ਹਾਂ ਕਿ ਮੰਡੀਆਂ ਦਾ ਖਤਮ ਕਰ ਦੇਣਾ ਔਰ ਓਪਨ ਖਰੀਦ ਜਿਹੜੀ ਹੈ ਪਰਮਿਟ ਕਰ ਦੇਣੀ ਸਿਰਫ ਪੈਨ ਕਾਰਡ ਤੇ ਜਾਂ ਆਧਾਰ ਕਾਰਡ ਤੇ, ਫਿਰ ਉਹਨੂੰ ਆਪਣਾ ਇਕੱਠਾ ਕਰ ਲੈਣਾ ਤੇ ਜਾ ਕੇ ਕਿਤੇ ਗੋਡਾਊਨ ਦੇ ਵਿੱਚ ਰੱਖ ਲੈਣਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਕਾਰਪੋਰੇਟਸ ਨੂੰ ਹੈਲਪ ਕਰਨ ਲਈ ਨੇ। ਐਂਡ ਅਲਟੀਮੇਟਲੀ ਕੰਟਰੈਕਟ ਫਾਰਮਿੰਗ ਦੇ ਵਿੱਚ ਇੱਕ ਮਾਰਜਨਲ ਫਾਰਮਰ ਜਿਹੜਾ 2-3 ਕਿੱਲੇ ਜਾਂ 5 ਕਿੱਲੇ ਵਾਲਾ ਹੈ, ਉਹ ਕਿੱਥੇ ਇਹਨਾਂ ਦੀ ਮਾਈਟ ਨੂੰ ਜਾਂ ਇਹਨਾਂ ਦੀ ਸਟਰੈਂਥ ਨੂੰ ਕਿੱਥੇ ਆਪਣੇ ਆਪ ਦੇ ਸਾਹਮਣੇ ਉਹਨਾਂ ਦੇ ਖੜਾ ਹੋ ਸਕਦਾ ਹੈ? ਉਹ ਤਾਂ ਬਿਲਕੁਲ ਰੋਇਨ ਹੋ ਜਾਏਗਾ ਮੇਰੇ ਵਿਚਾਰ ਨਾਲ। ਜੀ ਸਰ, ਤੁਸੀਂ ਕਿੱਦਾਂ ਦੇਖਦੇ ਹੋ? ਜਿਵੇਂ ਕਿਸਾਨ ਲਗਾਤਾਰ MSP ਦਾ ਕਾਨੂੰਨ ਬਣਾਉਣ ਦੀ ਮੰਗ ਕਰਦੇ ਨੇ, ਤੁਹਾਡਾ ਕਾਨੂੰਨੀ ਨਜ਼ਰੀਆ ਕੀ ਕਹਿੰਦਾ ਹੈ? ਕਾਨੂੰਨ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ? ਇਹਦੇ 'ਚ ਕੋਈ ਦਿੱਕਤ ਨਹੀਂ ਹੈਗੀ ਜੀ। MSP ਜੇ ਗਵਰਨਮੈਂਟ ਵਰਬਲੀ ਅਸ਼ੋਰ ਕਰ ਰਹੀ ਹੈ ਤੇ ਵੇਅਰ ਇਜ਼ ਦੀ ਹਿਚ ਕਿ ਉਹਨੂੰ ਉਹ ਕਾਨੂੰਨੀ ਤੌਰ ਤੇ ਉਹਨੂੰ ਮੰਨ ਲਿਆ ਜਾਵੇ। ਜੇ ਗਵਰਨਮੈਂਟ ਵਰਬਲੀ ਅਸ਼ੋਰ ਕਰ ਰਹੀ ਸਾਰਿਆਂ ਨੂੰ ਕਿ MSP ਰਹੇਗੀ ਤੇ ਫਿਰ ਉਹਦੇ 'ਚ ਅਸ਼ੋਰੈਂਸ ਰਿਟਰਨ 'ਚ ਦੇਣ ਦੀ ਜਾਂ ਉਹਨੂੰ ਕਾਨੂੰਨ ਬਣਾਉਣ ਦੀ ਮੇਰੇ ਨਹੀਂ ਲੱਗਦਾ ਕੋਈ ਹਿੱਚ ਹੋਏਗੀ ਜਾਂ ਉਹਦੇ 'ਚ ਕੋਈ ਅੱਗੇ ਵਾਧਾ ਹੈ। ਜੀ, ਕੀ ਮੰਨਦੇ ਹੋ ਕਿ ਸਰਕਾਰ ਇਹ ਗੱਲ ਮੰਨਣ ਨੂੰ ਤਿਆਰ ਕਿਉਂ ਨਹੀਂ? ਕਿਉਂਕਿ ਲੋਕ ਇਹ ਗੱਲ ਕਹਿੰਦੇ ਨੇ, ਚਰਚਾਵਾਂ ਇਹ ਨੇ ਕਿ ਜਦੋਂ ਤਾਂ CA ਦੀ ਗੱਲ ਹੁੰਦੀ ਹੈ ਤਾਂ ਇਹ ਕਾਨੂੰਨ ਲਾਗੂ ਕਰਕੇ ਕਹਿੰਦੇ ਨੇ ਕਿ ਮੁਸਲਮਾਨਾਂ ਨੂੰ ਇਹਦੀ ਸਮਝ ਨਹੀਂ। ਲਗਾਤਾਰ ਟ੍ਰੈਂਡ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ। ਜਦੋਂ GST ਦੀ ਗੱਲ ਹੁੰਦੀ ਹੈ ਤਾਂ ਕਹਿੰਦੇ ਵਪਾਰੀਆਂ ਨੂੰ ਇਹਦੀ ਸਮਝ ਨਹੀਂ। ਤਾਂ ਲੋਕ ਇਹ ਪੁੱਛਦੇ ਨੇ ਕਿ BJP ਨੂੰ ਹੀ ਸਾਰੀ ਸਮਝ ਹੈ। ਕੋਈ ਵੀ ਮੁੱਦਾ ਆਉਂਦਾ ਹੈ, ਜੇ ਕਿਸਾਨੀ ਦਾ ਮਸਲਾ ਹੈ ਤਾਂ ਕਹਿੰਦੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਇਸ ਬਾਰੇ ਪਤਾ ਨਹੀਂ। ਨਹੀਂ, ਮੈਂ ਪੋਲੀਟੀਕਲੀ ਤਾਂ ਮੈਂ ਕੁਝ ਨਹੀਂ, ਮੈਂ ਤਾਂ ਲੀਗਲੀ ਜਾਂ ਇੱਕ ਜਿਹੜਾ ਕਿਸਾਨ ਦਾ ਪੱਖ ਹੈ ਉਸ ਨਜ਼ਰੀਏ ਤੋਂ ਇਹਨਾਂ ਨੂੰ ਦੇਖਦਾ। ਤੇ ਮੈਂ ਨਹੀਂ ਸਮਝਦਾ ਕਿ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੀ ਸਮਝ ਨਹੀਂ। ਉਹ ਕਾਨੂੰਨ ਜਿਹੜੇ ਅੱਜ ਕੱਲ੍ਹ ਦਾ ਕਿਸਾਨ ਹੈ ਉਹ ਬਖੂਬੀ ਬੜਾ ਹੀ ਦੂਰਅੰਦੇਸ਼ ਹੈ ਤੇ ਸੂਝਵਾਨ ਹੈ। ਉਹਨਾਂ ਨੂੰ ਤੁਸੀਂ ਕਿਸੇ ਵੀ ਕਿਸਾਨਾਂ ਨੂੰ ਇਸ ਕਾਨੂੰਨਾਂ ਬਾਰੇ ਗੱਲ ਕਰਦੇ ਸੁਣੋਗੇ ਤਾਂ ਉਹਨਾਂ ਦਾ ਬੜਾ ਲੌਜਿਕ ਹੈ ਔਰ ਲੌਜੀਕਲੀ ਸਾਰੀ ਗੱਲ ਨੂੰ ਉਹਨਾਂ ਨੇ ਇੱਕ ਇੱਕ ਤੱਥ ਜਿਹੜਾ ਇਹਨਾਂ ਕਾਨੂੰਨਾਂ ਦਾ ਉਹਦੇ ਬਾਰੇ ਆਪਣਾ ਵਿਚਾਰ ਰੱਖਿਆ ਹੈ। ਤੇ ਮੇਰੇ ਖਿਆਲ 'ਚ ਜਿਹੜੇ ਵੀ ਗੌਰਮੈਂਟ ਦੇ ਨੁਮਾਇੰਦੇ ਨੇ ਉਹਨਾਂ ਨੂੰ ਉਸ ਦਾ ਕੋਈ ਜਵਾਬ ਨਹੀਂ ਆਉਂਦਾ। ਇਹ ਜਿਹੜਾ ਅੱਗੇ ਇੱਕ ਸਿਸਟਮ ਚੱਲ ਰਿਹਾ ਸੀ ਉਹਨੂੰ ਚੇਂਜ ਕਰਨ ਦੀ ਲੋੜ ਕੀ ਹੈ? ਕਿਸੇ ਕਿਸਾਨ ਨੇ ਇਸ ਲੋੜ ਨੂੰ ਮਹਿਸੂਸ ਨਹੀਂ ਕੀਤਾ, ਕਿਸੇ ਕਿਸਾਨ ਨੇ ਇਸ ਦੀ ਮੰਗ ਨਹੀਂ ਕੀਤੀ ਆਲ ਓਵਰ ਇੰਡੀਆ। ਤੇ ਫਿਰ ਇਹ ਕਿਉਂ ਕਾਨੂੰਨ ਗਵਰਨਮੈਂਟ ਲਿਆਂਦੀ ਗਈ? ਔਰ ਜਿਸ ਤਰੀਕੇ ਨਾਲ ਇਹ ਕਾਨੂੰਨ ਲਿਆਂਦਾ ਗਿਆ ਹੈ ਇੱਕ ਕੋਵਿਡ ਦੇ ਟਾਈਮ ਤੇ ਜਦੋਂ ਸਾਰੀ ਦੁਨੀਆ 'ਚ ਲੋਕਡਾਊਨ ਸੀ ਔਰ ਉਹਨੂੰ ਫਟਾਫਟ ਆਰਡੀਨੈਂਸ, ਕਿਹੜੀ ਅਰਜੈਂਸੀ ਸੀ, ਕਿਹੜੀ ਐਮਰਜੈਂਸੀ ਸੀ ਇਹ ਕਾਨੂੰਨ ਬਣਾਉਣ ਦੀ ਕਿ ਜਿਹੜੇ ਗਵਰਨਮੈਂਟ ਨੇ ਆਰਡੀਨੈਂਸ ਲਿਆਂਦੇ। ਆਰਡੀਨੈਂਸ ਇੱਕ ਐਮਰਜੈਂਟ ਪ੍ਰੋਵੀਜ਼ਨ ਹੁੰਦਾ ਹੈ, ਜਿਹਦੀ ਇਮੀਡੀਏਟਲੀ ਲੋੜ ਹੋਵੇ ਤਾਂ ਉਹਨੂੰ ਤਾਂ ਇਸ਼ੂ ਕੀਤਾ ਜਾਂਦਾ ਹੈ। ਫਿਰ ਜਦੋਂ ਪਾਰਲੀਮੈਂਟ ਦੇ ਵਿੱਚ ਵੀ ਆਪਣਾ ਆਲਮੋਸਟ ਜਿਹੜਾ ਬੁਲਡੋਜ਼ ਥਰੂ ਵੇ ਕੀਤਾ ਇਹਨਾਂ ਨੇ ਗਵਰਨਮੈਂਟ ਨੇ, ਕੋਈ ਉਹਨੂੰ ਸੈਂਬਲੈਂਸ ਆਫ ਆਪਣਾ ਡਿਬੇਟ, ਉਹਦੇ ਤੇ ਕੁਝ ਡਿਬੇਟ ਹੁੰਦੀ, ਕੁਝ ਉੱਤੇ ਚਰਚਾ ਹੁੰਦਾ ਔਰ ਕਿਸਾਨਾਂ ਦਾ ਪੱਖ ਸੁਣਿਆ ਜਾਂਦਾ ਇਹ ਕਾਨੂੰਨ ਲਿਆਉਣ ਤੋਂ ਪਹਿਲਾਂ। ਤੇ ਮੇਰੇ ਖਿਆਲ 'ਚ ਸ਼ਾਇਦ ਇਹਦੇ 'ਚ ਜੇ ਕਾਨੂੰਨ ਲਿਆਉਣਾ ਵੀ ਸੀ ਤੇ ਕੋਈ ਸੋਧ ਵਾਲਾ ਕਾਨੂੰਨ ਆਉਂਦਾ ਜਿਹਦੇ ਨਾਲ ਕਿਸਾਨਾਂ ਦਾ ਪੱਖ ਵੀ ਜਿਹੜਾ ਸੀ ਨਾ ਉਹ ਨਜ਼ਰੀਆ ਰੱਖਿਆ ਜਾਂਦਾ ਤੇ ਉਹਨਾਂ ਨੂੰ ਕਾਨੂੰਨ ਦੇ ਤੌਰ ਤੇ ਕਾਨੂੰਨ ਦੀ ਸ਼ੇਪ ਦਿੱਤੀ ਜਾਂਦੀ।
ਜੀ ਸਰ, ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਮੌਜੂਦਾ ਸਿਸਟਮ ਹੈ, ਬੀਜੇਪੀ ਵੀ ਕਹਿ ਦਿੰਦੀ ਹੈ, ਆਪਾਂ ਜੇਕਰ ਲੋਕਾਂ ਦੀ, ਕਿਸਾਨਾਂ ਦੀ ਗੱਲ ਆਪਾਂ ਸਮਝੀਏ ਤਾਂ ਉਹ ਕਹਿੰਦੇ ਨੇ ਕਿ ਜਿਹੜਾ ਮੌਜੂਦਾ ਸਿਸਟਮ ਹੈ ਇਹਦੇ ਵਿੱਚ ਕਿਸਾਨ ਅੱਜ ਵੀ ਖੁਦਕੁਸ਼ੀਆਂ ਕਰ ਰਿਹਾ। ਇਸ ਸਿਸਟਮ ਨੂੰ ਲੋਕ ਭਲਾ ਨਹੀਂ ਗਿਣਦੇ। ਤਾਂ ਜਿਹੜਾ ਖੇਤੀ ਕਾਨੂੰਨ ਹੈ ਉਹ ਕਹਿੰਦੇ ਚੰਗਾ ਹੈ, ਇਹਦੇ ਨਾਲ ਕਿਸਾਨਾਂ ਨੂੰ ਜਿਹੜੀ ਉਹ ਵੱਡੀ ਰਾਹਤ ਮਿਲੇਗੀ। ਤੁਸੀਂ ਕੀ ਮੰਨਦੇ ਹੋ? ਮੌਜੂਦਾ ਸਿਸਟਮ ਤੁਸੀਂ ਕਿੱਦਾਂ ਦੇਖਦੇ ਹੋ ਇਸ ਨੂੰ? ਦੇਖੋ ਜੀ, ਮੌਜੂਦਾ ਸਿਸਟਮ ਦੇ ਵਿੱਚ ਹੋ ਸਕਦਾ ਸੀ ਕੋਈ ਇੰਪਰੂਵਮੈਂਟ ਦੀ ਲੋੜ ਹੋਵੇ, ਪਰ ਉਹਨੂੰ ਬਿਲਕੁਲ ਖਤਮ ਨਹੀਂ ਕੀਤਾ ਜਾ ਸਕਦਾ ਸੀ। ਮੌਜੂਦਾ ਸਿਸਟਮ ਜਿਹੜੀ ਕਿਸਾਨਾਂ ਦੀ ਜਿਹੜੀ ਖੁਦਕੁਸ਼ੀ ਦਾ ਕਾਰਨ ਹੈ, ਉਹ ਸਿਸਟਮ ਨਹੀਂ ਹੈ ਮੇਰੇ ਖਿਆਲ ਨਾਲ। ਉਹ ਇਸ ਕਰਕੇ ਹੈ ਕਿ ਕਿਸਾਨਾਂ ਨੂੰ ਕਦੀ ਵੀ ਆਪਣਾ ਜਿੰਸ ਦਾ ਵਾਜਬ ਭਾਅ ਨਹੀਂ ਮਿਲਿਆ। MSP ਜਿਹੜੀ ਹੈ, ਕਦੀ ਵੀ ਤੁਸੀਂ ਦੇਖੋਗੇ ਅਗਰ ਖਾਦ ਦੇ ਮੁੱਲ ਕਿੱਥੋਂ ਕਿੱਥੇ ਚਲੇ ਗਏ, ਬੀਜਾਂ ਦੇ ਮੁੱਲ ਕਿੱਥੋਂ ਕਿੱਥੇ ਚਲੇ ਗਏ, ਹੋਰ ਸਾਰੇ ਬਿਜਲੀ ਦੇ ਮੁੱਲ, ਪਾਣੀ ਕਿੱਥੋਂ ਚਲੇ ਗਏ। ਮਤਲਬ ਇੰਨਾ ਵਾਧਾ ਹੋਇਆ। ਉਸ ਹਿਸਾਬ ਨਾਲ ਜਿਹੜੀ ਖੇਤੀ ਹੈ ਉਹਦੇ ਜਿਹੜੇ ਭਾਅ ਨੇ ਖੇਤੀ ਦੇ, MSP ਜਾਂ ਜੋ ਕੁਝ ਵੀ ਹੈਗਾ, ਉਹਦੇ ਨਾਲ ਨਹੀਂ ਹੋਇਆ। ਇਸ ਕਰਕੇ ਕਿਸਾਨਾਂ ਨੂੰ ਨੁਕਸਾਨ ਹੋਇਆ ਤੇ ਕਿਸਾਨਾਂ ਦਾ ਜਿਹੜਾ ਇਹ ਉਹਨਾਂ ਦੀ ਡੈਟਨੈਸ ਦਾ ਕਾਰਨ ਬਣਿਆ। ਉਹ ਜਿਹੜੇ ਕਰਜ਼ਾਈ ਹੋਏ ਉਹਦਾ ਕਾਰਨ ਇਹ ਸੀ ਕਿ ਅਗਰ ਉਸ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਮੰਨ ਕੇ ਜੇ ਭਾਅ ਉਸੇ ਤਰੀਕੇ ਨਾਲ ਵਧਾਏ ਜਾਂਦੇ ਜਿਸ ਹਿਸਾਬ ਨਾਲ ਇਨਪੁਟ ਹੈ ਕਿਸਾਨਾਂ ਦੀ, ਤੇ ਮੇਰਾ ਖਿਆਲ ਸੀ ਖੇਤੀ ਇੱਕ ਵਾਇਬਲ ਕਿੱਤਾ ਹੁੰਦਾ। ਇਸ ਵੇਲੇ ਜੋ ਗਵਰਨਮੈਂਟ MSP ਮਹਿਸੂਸ ਆਪਣਾ ਫਿਕਸ ਕਰਦੀ ਹੈ, ਉਸ ਮੁਤਾਬਿਕ ਵੀ ਜਿਹੜਾ ਇੱਕ ਵਾਇਬਲ ਕਿੱਤਾ ਨਹੀਂ ਹੈ ਖੇਤੀ। ਇਸ ਕਰਕੇ ਕਿਸਾਨਾਂ ਦੀ ਇਹ ਹਾਲਤ ਹੈ ਇਸ ਵੇਲੇ, ਇਹ ਕਾਨੂੰਨਾਂ ਕਰਕੇ ਨਹੀਂ ਹੈ। ਜੀ ਬਿਲਕੁਲ। ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਕਿਸਾਨੀ ਜਿਹੜੀ ਆ ਉਹ ਲਗਾਤਾਰ ਨਿਘਾਰ ਵੱਲ ਕਿਉਂ ਜਾ ਰਹੀ ਹੈ? ਕਿਸਾਨਾਂ ਨੂੰ ਜਿਹੜਾ ਮੁਸ਼ਕਲਾਂ ਕਿਉਂ ਆਉਂਦੀਆਂ? ਕਿਉਂ ਪੰਜਾਬ ਦੇ ਵਿੱਚ ਭਾਵੇਂ ਕਿ ਸਰਕਾਰਾਂ ਜਿਹੜੀਆਂ ਸਮੇਂ-ਸਮੇਂ ਤੇ ਆ ਕੇ ਵਾਅਦੇ ਕਰ ਦਿੰਦੀਆਂ, ਬਾਅਦ ਵਿੱਚ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਪਰ ਕਿਸਾਨੀ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਬੈਕਫੁੱਟ ਤੇ ਕਿਉਂ ਜਾ ਰਹੀ ਹੈ? ਤੁਹਾਨੂੰ ਯਾਦ ਹੋਊਗਾ ਕਿ ਅਗਰ ਪਿੱਛੇ ਚੱਲੋ ਤੇ ਅੰਗਰੇਜ਼ਾਂ ਨੇ ਇੱਕ ਕਿਸਾਨਾਂ ਦਾ ਇੰਡੈਟਨੈਸ ਐਕਟ ਜਿਹੜਾ ਪਾਸ ਕੀਤਾ ਸੀ, ਜਦੋਂ ਕਿਸਾਨ ਜਿਹੜੇ ਸੀ ਕਰਜ਼ੇ ਦੇ ਵਿੱਚ ਸੀ। ਉਹ ਕਰਜ਼ਾ ਮਾਫੀ ਦਾ ਇੱਕ ਐਕਟ ਪਾਸ ਹੋਇਆ ਸੀ ਅੱਜ ਤੋਂ ਆਈ ਥਿੰਕ 1935 ਦੇ ਵਿੱਚ ਕਿਤੇ। ਉਸ ਤੋਂ ਬਾਅਦ ਅੱਜ ਤੱਕ ਕਿਸਾਨਾਂ ਨੂੰ ਇਸ ਰਾਹਤ ਵੱਲ ਤੁਸੀਂ ਦੇਖੋ ਕਿ ਕਾਰਪੋਰੇਟ ਦੇ ਕਰੋੜਾਂ ਲੱਖਾਂ ਕਰੋੜਾਂ ਜਿਹੜੇ ਆਪਣਾ ਕਰਜ਼ੇ ਨੇ ਉਹਨਾਂ ਨੂੰ ਰਾਈਟ ਆਫ ਕਰ ਦਿੱਤਾ ਜਾਂਦਾ। ਕਿਸਾਨ ਨੇ ਇੱਕ ਆਪਣਾ ਖੇਤੀ ਦੇ ਪੰਪ ਵਾਸਤੇ ਲੋਨ ਲਿਆ ਹੋਵੇ, ਉਹਦੇ ਮਗਰ ਕੁਰਕੀਆਂ ਚੱਲਦੀਆਂ ਨੇ। ਮੈਂ ਦੇਖਿਆ ਪਿੰਡਾਂ ਦੇ ਵਿੱਚ ਉਹ ਜਿਹੜਾ ਲੋਨ ਦੇਣ ਵਾਲੇ ਹੁੰਦੇ ਆ, ਉਹ ਰਾਤ ਨੂੰ ਆਪਣਾ ਪੁਲਿਸ ਲੈ ਕੇ ਕਿਸਾਨਾਂ ਨੂੰ ਮਗਰ ਭੱਜੇ ਫਿਰਦੇ ਆ। ਉਹ ਇੱਕ 4-5 ਹਜ਼ਾਰ ਰੁਪਏ ਦਾ ਲੋਨ ਜਿਹੜਾ ਨਾ ਉਹਨੂੰ ਰਿਕਵਰ ਕਰ ਲਈ, ਇੰਨਾ ਕੁਝ ਕਰਦੇ ਨੇ। ਪਰ ਜਿਹੜੇ ਕਾਰਪੋਰੇਟਸ ਦੇ ਲੋਨ ਨੇ, ਮੇਰਾ ਖਿਆਲ ਹੈ ਕਿ ਜੇ ਇੱਕ ਕਾਰਪੋਰੇਟਸ ਦਾ ਲੋਨ ਜਿਹੜਾ ਨਾ ਉਹਨੂੰ ਨਾ ਰਾਈਟ ਆਫ ਕਰਕੇ ਕਿਸਾਨਾਂ ਦਾ ਸਾਰਾ ਲੋਨ ਰਾਈਟ ਆਫ ਹੋ ਸਕਦਾ ਹੈ। ਇਹ ਜਿਹੜਾ ਹੈਗਾ, ਇਸ ਕਰਕੇ ਕਿਸਾਨੀ ਜਿਹੜੀ ਹੈ ਨਾ ਉਹ ਪ੍ਰਫੁੱਲਤ ਨਹੀਂ ਹੋਈ ਇਸ ਮੁਲਕ ਦੇ ਵਿੱਚ। ਹਾਲਾਂਕਿ 70 ਤੋਂ 80% ਲੋਕ ਜਿਹੜੇ ਕਿਸਾਨੀ ਤੇ ਨਿਰਭਰ ਨੇ ਇਸ ਮੁਲਕ ਦੇ ਵਿੱਚ। ਜੀ ਬਿਲਕੁਲ। ਜਸਟਿਸ ਰਣਜੀਤ ਸਿੰਘ, ਤੁਸੀਂ ਇਹ ਦੱਸੋ ਕਿ ਕਾਨੂੰਨੀ ਪੇਚੇ ਦੇ ਵਿੱਚ ਕਿਉਂ ਨਹੀਂ ਲਿਆਂਦਾ ਜਾਂਦਾ? ਕਿਉਂ ਇਹ ਕਾਨੂੰਨੀ ਪੇਚਾ ਕਿਸਾਨਾਂ ਤੇ ਹੀ ਕੱਸਿਆ ਜਾਂਦਾ ਹੈ, ਵਪਾਰੀਆਂ ਤੇ ਕਿਉਂ ਨਹੀਂ ਕੱਸਿਆ ਜਾਂਦਾ? ਕਹਿੰਦੇ ਇਹਦੇ ਵਿੱਚ ਜਿਹੜੇ ਇਸ ਖੇਤੀ ਕਾਨੂੰਨ ਦੇ ਵਿੱਚ ਇੰਨੀ ਖੁੱਲ੍ਹ ਦੇ ਦਿੱਤੀ ਗਈ ਹੈ। ਹਾਲਾਂਕਿ ਇਹ ਕਹਿ ਦਿੰਦੇ ਨੇ ਕਿ ਤੁਸੀਂ ਇਸ ਸੂਬੇ ਤੋਂ ਦੂਜੇ ਸੂਬੇ ਕਿਤੇ ਵੀ ਜਾ ਕੇ ਦੇਸ਼ ਭਰ 'ਚ ਆਪਣੀ ਫਸਲ ਵੇਚ ਸਕਦੇ ਹੋ, ਪਰ ਕਿਸਾਨ ਤਾਂ ਪਹਿਲਾਂ ਹੀ ਮਾਰਿਆ ਫਿਰਦਾ। ਕਿਸਾਨਾਂ ਦੇ ਕੋਲ, ਜਿਨ੍ਹਾਂ ਕੋਲ ਘੱਟ ਏਕੜ ਜ਼ਮੀਨ ਹੈ, ਉਹਨਾਂ ਕੋਲ ਤਾਂ ਘਰ ਚੋਂ ਨਿਕਲਣ, ਲਾ ਲਓ ਕਿ ਪੈਲੀ ਤੋਂ ਨਿਕਲਣ ਦਾ ਸਮਾਂ ਨਹੀਂ, ਤੇ ਉਹ ਕਿਸ ਤਰੀਕੇ ਦੇ ਨਾਲ, ਉਹ ਤਾਂ ਅੱਗੇ ਕਰਜ਼ੇ ਥੱਲੇ ਦੱਬੇ ਹੋਏ ਨੇ। ਇਹਨੂੰ ਕਾਨੂੰਨੀ ਦਾਅਪੇਚ ਵਿੱਚ ਕਿਉਂ ਨਹੀਂ ਲਿਆਂਦਾ ਜਾਂਦਾ? ਕਿਉਂ ਕਿਸਾਨਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ? ਤੁਸੀਂ ਕਿਸੇ ਦੂਰ ਲੈ ਕੇ ਜਾਣ ਦੇ ਕਿੱਥੇ ਹੈਗੇ ਆ? ਈਵਨ ਕਿਸਾਨ ਤੇ ਜਿਹੜਾ ਹੈ ਨਾ, ਆਪਣੀ ਜਿਹੜੀ ਨੇੜੇ ਦੀ ਮੰਡੀ ਤੇ ਉਹਦੇ ਜਾਣ ਵਾਸਤੇ ਉਹਨੂੰ ਤਕਲੀਫ ਹੁੰਦੀ ਹੈ। ਮੇਰੇ ਦੇਖਣ ਦੇ ਵਿੱਚ ਇਹ ਸੀਗੀ ਕਿ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਮੰਡੀਆਂ ਛੜੀਆਂ ਦੂਰ ਹੁੰਦੀਆਂ ਸੀ, ਸੇ 50-60 ਕਿਲੋਮੀਟਰ ਤੇ ਪਿੰਡ ਤੋਂ ਮੰਡੀਆਂ ਸੀਗੀਆਂ, ਤਾਂ ਪਿੰਡ ਦੇ ਜਿਹੜੇ ਵਪਾਰੀ ਸੀ ਨਾ, ਉੱਥੋਂ ਹੀ ਕਿਸਾਨ ਕੋਲੋਂ ਜਿੰਸ ਲੈ ਲੈਂਦੇ ਸੀ ਔਰ ਉਹਨੂੰ ਮਹਿੰਗੀ ਜਾ ਕੇ ਫਿਰ ਆਪਣਾ ਮੰਡੀਆਂ 'ਚ ਵੇਚਦੇ ਸੀ। ਕਿਸਾਨ ਦੀ ਕੈਪੈਸਿਟੀ ਤੇ ਇੰਨੀ ਨਹੀਂ ਹੈਗੀ ਕਿ ਨੇੜੇ ਦੇ 50-60 ਕਿਲੋਮੀਟਰ ਦੀ ਮੰਡੀ ਤੇ ਜਾ ਸਕੇ। ਰਾਦਰ ਹੋਣਾ ਇਹ ਚਾਹੀਦਾ ਸੀ ਕਿ ਮੰਡੀ ਜਿਹੜਾ ਸਿਸਟਮ ਸੀ ਉਹਨੂੰ ਹੋਰ ਸਟਰੈਂਥਨ ਕੀਤਾ ਜਾਂਦਾ, ਮੰਡੀਆਂ ਦੀ ਸਟਰੈਂਥ ਇਨਕਰੀਜ਼ ਕੀਤੀ ਜਾਂਦੀ, ਕਿਸਾਨ ਜਾ ਕੇ ਉੱਥੇ ਆਪਣੇ ਫਸਲ ਲੈ ਕੇ ਜਾ ਸਕਦਾ, ਉਹਨੂੰ MSP ਮਿਲ ਸਕਦੀ ਤਾਂ ਕਿ ਉਹਨੂੰ ਕੁਝ ਰਾਹਤ ਮਿਲਦੀ। ਇਸ ਕਾਨੂੰਨ ਦਾ ਤਾਂ ਫਾਇਦਾ ਹੀ ਕੋਈ ਨਹੀਂ। ਤੁਹਾਡਾ ਖਿਆਲ ਹੈ ਕਿ 5 ਕਿੱਲੇ ਦਾ ਕਿਸਾਨ ਜਿਹੜਾ ਮੋਗੇ ਜਾਂ ਅੰਮ੍ਰਿਤਸਰ 'ਚ ਬੈਠਾ ਹੈ, ਕੀ ਉਹ ਹਰਿਆਣੇ 'ਚ ਕਿਤੇ ਜਾ ਕੇ ਲੈ ਸਕਦਾ, ਵੇਚ ਸਕਦਾ, ਜਾਂ ਕਿਤੇ UP 'ਚ ਜਾ ਕੇ ਕਿਤੇ ਆਪਣੀ ਫਸਲ ਵੇਚ ਸਕਦਾ? ਇਹ ਰਿਡਿਕੂਲਸ ਗੱਲ ਹੈ। ਇਹ ਬਿਲਕੁਲ ਹੀ ਮਤਲਬ ਇਹ ਵਾਜਬ ਗੱਲ ਹੈ ਹੀ ਨਹੀਂ, ਇਹ ਇੰਪ੍ਰੈਕਟੀਕੇਬਲ ਹੈ। ਜੀ ਬਿਲਕੁਲ। ਜਿਸ ਤਰ੍ਹਾਂ
ਜਸਟਿਸ ਰਣਜੀਤ ਸਿੰਘ ਜੀ, ਸਾਰਾ ਕੁਝ ਜਿਹੜਾ ਵਪਾਰੀਆਂ ਦੇ ਹੱਥਾਂ 'ਚ ਜਾਂ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਜਿਹੜੀ ਮਨਸ਼ਾ ਹੈ ਸਰਕਾਰ ਦੀ, ਤੁਸੀਂ ਦੇਖਿਆ ਕਿ ਹਰ ਚੀਜ਼ ਜਿਹੜੀ ਉਹ ਪ੍ਰਾਈਵੇਟ ਹੁੰਦੀ ਜਾ ਰਹੀ ਹੈ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਬਾਹਰਲੇ ਦੇਸ਼ਾਂ ਨਾਲ ਤੁਲਨਾ ਕਰ ਦਿੰਦੇ ਨੇ ਕਿ ਬਾਹਰਲੇ ਮੁਲਕਾਂ ਵਿੱਚ ਦੇਖੋ ਕਿ ਪ੍ਰਾਈਵੇਟਾਈਜੇਸ਼ਨ ਹੈ ਜਾਂ ਲੋਕ ਜਿਹੜਾ ਉਹ ਜਿਹੜੀ ਬੈਂਕਿੰਗ ਜਾਂ ਹਰ ਕਮਰਸ ਹਰ ਚੀਜ਼ ਜਿਹੜੀ ਹੈ ਉਹ ਇੰਟਰਨੈਟ ਦੇ ਜ਼ਰੀਏ ਜਿਹੜਾ ਸਭ ਕੁਝ ਲੋਕਾਂ ਨੂੰ ਬਹੁਤ ਸੁਖਾਲਾ ਹੋ ਗਿਆ। ਇਹਨਾਂ ਚੀਜ਼ਾਂ ਦਾ ਹਵਾਲਾ ਦੇ ਦਿੱਤਾ ਜਾਂਦਾ ਹੈ ਕਿ ਬਾਹਰਲੇ ਮੁਲਕ ਸਫਲਤਾ ਵੱਲ ਨੇ, ਅਸੀਂ ਵੀ ਉਹਨਾਂ ਦੇ ਪਿੱਛੇ ਪਿੱਛੇ ਅੱਗੇ ਵੱਧਦੇ ਜਾਈਏ। तो देयर इज अ बेसिक डिफरेंस जी। बाहर तुसी जाओगे ਜਿਹੜੇ ਅਮਰੀਕਾ ਜਾਂ ਵੱਡੇ ਜਿਹੜੇ ਯੂਰਪੀਅਨ ਕੰਟਰੀ ਨੇ, ਉੱਥੇ ਲੈਂਡ ਹੋਲਡਿੰਗ ਹਜ਼ਾਰਾਂ ਏਕੜਾਂ 'ਚ ਹੈ। ਉੱਥੇ ਕੋਈ 5 ਏਕੜ ਵਾਲਾ ਫਾਰਮਿੰਗ ਨਹੀਂ ਕਰਦਾ। ਇਹ ਉਹਨਾਂ ਦਾ ਜਿਹੜਾ ਹੈਗਾ। ਐਂਡ ਪਲੱਸ ਅਮਰੀਕਾ ਦੇ ਵਿੱਚ ਜਾਂ ਹੋਰ ਯੂਰਪੀਅਨ ਕੰਟਰੀ ਵਿੱਚ ਐਗਰੀਕਲਚਰ 'ਚ ਸਬਸਿਡਾਈਜ਼ਡ ਇੰਨੀ ਹੈ ਜਿਹਦਾ ਮਤਲਬ ਹੈ ਹੀ ਨਹੀਂ। ਜੇ ਫਰਜ਼ ਕਰੋ ਕਿ ਜੇ ਗਵਰਨਮੈਂਟ ਕਹਿੰਦੀ ਹੈ ਕਿ ਆਹ ਫਸਲ ਨਾ ਬੀਜੋ, ਤੇ ਉਹ ਫਾਰਮਰ ਨੂੰ ਕੰਪਨਸੇਟ ਕਰਦੀ ਹੈ ਇਨ ਲਿeu ਆਫ ਦੈਟ ਕਿ ਉਹ ਨਾ ਬੀਜੇ ਫਸਲ। ਪਰ ਇੱਥੇ ਤਾਂ ਹੋ ਹੀ ਨਹੀਂ ਸਕਦਾ ਪ੍ਰੈਕਟੀਕਲ। ਇੱਥੇ ਤਾਂ ਜਿਹੜਾ 1-2 ਕਿੱਲੇ ਜਾਂ 5 ਕਿੱਲੇ ਵਾਲਾ ਫਾਰਮਰ ਹੈ, ਉਹਦੀ ਤਾਂ ਸਬਸਿਸਟੈਂਸ ਹੈ, ਉਹਦੇ ਤੇ ਉਹਦੀ ਰੋਟੀ ਉੱਤੇ ਡਿਪੈਂਡੈਂਟ ਹੈ। ਉਹ ਜੇ ਬੀਜੂਗਾ ਕੁਝ ਨਹੀਂ ਜਾਂ ਉਹ ਚੀਜ਼ ਬੀਜੂਗਾ ਜਿਹੜਾ ਕੋਈ ਹੋਰ ਚਾਹੁੰਦਾ ਹੈ, ਤੇ ਉਹਦਾ ਤਾਂ ਉੱਥੇ ਸਬਸਿਸਟੈਂਸ ਲਾਈਵਲੀਹੁੱਡ ਜਿਹੜੀ ਹੈ ਉਹਦੀ ਖਤਮ ਹੋ ਜਾਏਗੀ। ਉਹ ਜਿਹੜੇ ਕਾਨੂੰਨ ਨੇ ਜਾਂ ਉਹ ਜਿਹੜਾ ਤਰੀਕਾ ਹੈ ਬਾਹਰਲੇ ਯੂਰਪੀਅਨ ਕੰਟਰੀ 'ਚ, ਉਹਨੂੰ ਆਪਣੇ ਮੁਲਕ 'ਚ ਅਪਲਾਈ ਨਹੀਂ ਕੀਤਾ ਜਾ ਸਕਦਾ। ਉੱਥੇ ਬਿਲਕੁਲ ਈਵਨ ਵਾਟ ਟੂ ਟਾਕ ਆਫ ਮਾਰਜਨਲ ਫਾਰਮਰ, ਈਵਨ ਜਿਹੜੇ ਵੈਲ ਟੂ ਡੂ ਫਾਰਮਰ ਨੇ ਇੱਥੇ, ਉਹ ਆਪਣੀ ਪ੍ਰੋਡਿਊਸ ਲੈ ਕੇ ਕਿਤੇ ਬਾਹਰ ਨਹੀਂ ਜਾ ਸਕਦੇ, ਸਟੇਟ ਤੋਂ ਬਾਹਰ ਜਾਂ ਨੇੜੇ ਦੀ ਮੰਡੀ ਤੋਂ ਦੂਰ ਨਹੀਂ ਜਾ ਸਕਦੇ। ਤਾਂ ਇਹ ਤਾਂ ਇੱਕ ਫਾਰਸੀਕਲ ਜਿਹੀਆਂ ਗੱਲਾਂ ਨੇ। ਉਹ ਜਿਹੜਾ ਸਿਸਟਮ ਹੈ ਯੂਰਪ ਵਾਲਾ, ਉਹ ਬਿਲਕੁਲ ਇੰਪ੍ਰੈਕਟੀਕੇਬਲ ਹੋਏਗਾ ਇਸ ਮੁਲਕ ਦੇ ਵਿੱਚ। ਬਿਲਕੁਲ, ਜਿਸ ਤਰੀਕੇ ਨਾਲ ਕਿਹਾ ਜਾਂਦਾ ਸਰ ਕਿ ਕਿਸਾਨੀ ਤੇ ਖੇਤੀ ਜਿਹੜੀ ਉਹ ਸੂਬਿਆਂ ਦਾ ਸਬਜੈਕਟ ਹੈ, ਤੇ ਫਿਰ ਕੇਂਦਰ ਸਰਕਾਰ ਦੇ ਵਿੱਚ ਕਿਉਂ ਆਪਣੀ ਜਿਹੜੀ ਹੈ ਉਹ ਹੱਥ ਪੈਰ ਮਾਰਦੀ ਹੈ? ਕਿਉਂ ਸੂਬਿਆਂ ਦੀ ਖੁਦਮੁਖਤਿਆਰੀ ਤੇ ਡਾਕਾ ਮਾਰਿਆ ਜਾਂਦਾ ਹੈ? ਤੇ ਕਾਨੂੰਨ ਕੀ ਕਹਿੰਦਾ ਇਸ ਚੀਜ਼ ਬਾਰੇ ਕਿ ਸੂਬੇ ਆਪਣੀ ਰਖਵਾਲੀ ਜਾਂ ਖੇਤਾਂ ਦੇ ਕਿਸਾਨ ਆਪਣੀ ਰਖਵਾਲੀ ਕਿਸ ਤਰ੍ਹਾਂ ਕਰ ਸਕਦੇ ਨੇ? ਦੇਖੋ ਜੀ, ਗੱਲ ਇਹ ਹੈ ਕਿ ਯੈਸ, ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ। ਤੇ ਇਹ ਜਿਹੜਾ ਸੈਂਟਰ ਨੇ ਕਾਨੂੰਨ ਬਣਾਇਆ ਹੈ going exceeding the jurisdiction and entering into the territory of a state jurisdiction, ਇਹ obviously apparently ਜੋ ਨਜ਼ਰ ਆਉਂਦਾ ਹੈ ਉਹ ਹੈ ਕਿ ਕਾਰਪੋਰੇਟਸ ਨੂੰ ਉਦਾਂ ਸਟੇਟ ਵਾਈਜ਼ ਬੜਾ ਮੁਸ਼ਕਲ ਹੋਣਾ ਸੀ ਇਹੋ ਜਿਹੇ ਕਾਨੂੰਨ ਉਹਨਾਂ ਨੂੰ ਆਪਣਾ ਲਿਆਉਣੇ ਤੇ ਹਰ ਇੱਕ ਸਟੇਟ ਦੇ ਵਿੱਚ ਜਾ ਕੇ ਆਪਣਾ ਧਾਕ ਜਮਾਉਣੀ, ਜਿਸ ਤਰ੍ਹਾਂ ਕਿ ਅਲਟੀਮੇਟਲੀ ਇਹ ਕਾਨੂੰਨ ਜਮਾਉਣਗੇ ਉਹਨਾਂ ਦੇ ਵਾਸਤੇ। ਇਸ ਕਰਕੇ ਸੈਂਟਰ ਨੇ ਮੇਰੇ ਤਾਂ ਨਜ਼ਰੀਏ ਦੇ ਵਿੱਚ ਇਹੀ ਨਜ਼ਰ ਆਉਂਦਾ ਹੈ ਕਿ ਇਹ ਜਿਹੜੇ ਕਾਨੂੰਨ ਸੈਂਟਰ ਨੇ ਬਣਾਏ ਨੇ, ਜਿਹੜੇ ਕਿ ਸਟੇਟ ਦੀ ਜੂਰਿਸਡਿਕਸ਼ਨ ਦੇ ਵਿੱਚ ਹੋਣੇ ਚਾਹੀਦੇ ਸੀ, ਉਹ ਕਾਰਪੋਰੇਟਸ ਨੂੰ ਹੈਲਪ ਕਰਨ ਲਈ ਹੈ। ਕਿਸਾਨਾਂ ਦੀ ਮਦਦ ਤਾਂ ਇਹਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਕਿਸਾਨਾਂ ਇਸੇ ਕਰਕੇ ਕਿਸਾਨ ਐਜੀਟੇਟਡ ਨੇ। ਕਿਸਾਨ ਤਾਂ ਤੁਸੀਂ ਦੇਖੋ ਜੀ, ਇੰਨੀ ਠੰਡ ਦੇ ਵਿੱਚ ਜਾ ਕੇ ਦਿੱਲੀ ਬੈਠਣਾ ਕੋਈ ਇਹ ਮਾਮੂਲੀ ਗੱਲ ਹੈ? ਇਹ ਤਾਂ ਮਤਲਬ ਉੱਥੇ ਜਾ ਕੇ ਜਿਸ ਤਰ੍ਹਾਂ ਉਹ ਬਜ਼ੁਰਗ ਔਰਤਾਂ, ਬਜ਼ੁਰਗ ਸਾਡੇ ਜਿਹੜੇ ਕਿਸਾਨ ਜਿਨ੍ਹਾਂ ਨੇ ਇੰਨੇ ਸਾਲਾਂ ਤੋਂ ਸਟਰਗਲ ਕੀਤੀ ਹੈ, ਆਪਣੀ ਸਬਸਿਸਟੈਂਸ, ਆਪਣੀ ਲਾਈਵਲੀਹੁੱਡ ਵਾਸਤੇ ਸਟਰਗਲ ਕਰ ਰਹੇ ਨੇ। ਇਹ ਮੇਰਾ ਖਿਆਲ ਹੈ ਗਵਰਨਮੈਂਟ ਨੂੰ ਜ਼ਰੂਰ ਕੰਸੀਡਰ ਕਰਨਾ ਚਾਹੀਦਾ ਹੈ। ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਗ੍ਰੀਵੈਂਸ ਦੂਰ ਕਰਨ ਔਰ ਉਹਨਾਂ ਨੂੰ ਜਿਹੜੇ ਸ਼ੰਕਾ ਨੇ ਉਹਨਾਂ ਦੇ ਦੂਰ ਕਰਨ ਔਰ ਇਸ ਕਾਨੂੰਨ ਦੇ ਵਿੱਚ ਸੁਧਾਰ ਲਿਆਉਣ ਤਾਂ ਕਿ ਕਿਸਾਨਾਂ ਦੀ ਜਿਹੜੀ ਹੈ ਸੈਟੀਸਫੈਕਸ਼ਨਲੀ ਇਹਨੂੰ ਰਿਜ਼ੋਲਵ ਕੀਤਾ ਜਾ ਸਕੇ। ਤੁਸੀਂ ਸਰ ਕੀ ਮੰਨਦੇ ਹੋ, ਤੁਹਾਡਾ ਨਜ਼ਰੀਆ ਕੀ ਕਹਿੰਦਾ ਕਿ ਸੁਧਾਰ ਕਿਸ ਤਰੀਕੇ ਦਾ ਹੋ ਸਕਦਾ ਕਿਸਾਨਾਂ ਦੇ ਲਈ? ਜੀ, ਕਿਸਾਨਾਂ ਦੀ ਜਿਹੜੀ ਸ਼ੰਕਾ ਹੈ, ਇੱਕ ਐਮਐਸਪੀ ਦੀ ਸ਼ੰਕਾ ਹੈ, ਇੱਕ ਮੰਡੀ ਅਬੋਲਿਸ਼ਨ ਦੀ ਸ਼ੰਕਾ ਹੈ, ਇੱਕ ਉਹਨਾਂ ਦੀ ਇਹ ਸ਼ੰਕਾ ਹੈ ਕਿ ਜੇ ਕਾਰਪੋਰੇਟ ਆ ਜਾਣਗੇ ਤੇ ਉਹ ਆਪਣਾ ਇਹਨੂੰ 2 ਸਾਲ ਤਾਂ ਹੋ ਸਕਦਾ ਐਮਐਸਪੀ ਜਾਂ ਜੋ ਕੁਝ ਅਸ਼ੋਰੈਂਸ ਦੇ ਦੇਣ, ਪਰ ਉਸ ਤੋਂ ਬਾਅਦ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਹੱਥ 'ਚ ਹੋ ਜਾਣਗੇ। ਫਿਰ ਉਹ ਫਸਲ ਉਹ ਚਾਹਣਗੇ ਜਿਹੜੀ ਉਹ ਬੀਜੇ। ਜਿਸ ਤਰ੍ਹਾਂ ਸ਼ੰਕਾ ਆਮ ਦੇਖੀਆਂ ਗਈਆਂ ਨੇ, ਫਰਜ਼ ਕਰੋ ਜੇ ਆਲੂ ਦੀ ਫਸਲ ਕੋਈ ਲਾਉਂਦਾ ਹੈ ਤੇ ਉਹ ਜਦੋਂ ਕਾਰਪੋਰੇਟ ਉਹਨਾਂ ਨਾਲ ਸਮਝੌਤਾ ਕਰ ਲੈਂਦੇ ਆ, ਉਦੋਂ ਉਹ ਕਹਿਣਗੇ ਜੀ ਆਲੂ ਤੇ ਉਸ ਸਪੈਸੀਫਿਕੇਸ਼ਨ ਦੇ ਨਹੀਂ, ਜਾਂ ਇਹ ਫਸਲ ਉਸ ਸਪੈਸੀਫਿਕੇਸ਼ਨ ਦੀ ਨਹੀਂ, ਅਸੀਂ ਤੁਹਾਡੇ ਨਾਲ ਇਹ ਕੀਤਾ ਸੀ। ਫਿਰ ਉਹਨਾਂ ਨੂੰ ਉਹਨਾਂ ਦਾ ਕਾਨੂੰਨੀ ਹੱਕ ਖੋਲਿਆ ਗਿਆ ਹੈ ਕਿ ਕੋਰਟ 'ਚ ਨਹੀਂ ਜਾ ਸਕਦੇ, ਐਸਡੀਐਮ ਕੋ ਜਾਣਗੇ, ਐਸਡੀਐਮ ਅੱਗੇ ਕਮੇਟੀ ਬਣਾਏਗਾ, ਕਮੇਟੀ ਫਿਰ ਰਿਜ਼ੋਲਵ ਨਹੀਂ ਹੋਏਗੀ। ਜੇ ਪੈਸੇ ਨਹੀਂ ਦੇਣਗੇ ਤੇ ਫਿਰ ਕਿੱਥੇ ਜਾਣਗੇ ਕਿਸਾਨ? ਕੋਰਟ 'ਚ ਜਾ ਨਹੀਂ ਸਕਦੇ। ਇਹ ਤਾਂ ਟੋਟਲੀ ਕਾਰਪੋਰੇਟ ਫੇਵਰਡ ਕਾਨੂੰਨ ਹੈ। ਇਹ ਕਿਸਾਨ ਤਾਂ ਬਿਲਕੁਲ ਪਿੱਛੇ ਜਾਣਗੇ ਮੇਰੇ ਵਿਚਾਰ ਨਾਲ। ਇਹ ਸਾਰੇ ਜਿਹੜੇ ਲੂਪ ਹੋਲਸ ਨੇ ਉਹਨਾਂ ਅਧਿਕਾਰ, ਦੇਖੋ ਨਾ, ਇੱਕ ਕਿਸੇ ਦਾ ਇੱਕ ਵਰਗ ਦਾ ਇਹ ਅਧਿਕਾਰ ਖੋਲਣਾ ਤੇ ਕੋਰਟ 'ਚ ਨਹੀਂ ਜਾ ਸਕਦਾ, ਇਹ ਬੜਾ ਸੀਰੀਅਸ ਮਾਮਲਾ ਹੈ। ਇਹ ਤਾਂ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਕ੍ਰੀਏਟ ਕਰਨ ਵਾਲੀ ਗੱਲ ਹੈ। ਕੋਰਟ ਦੀ ਜੂਰਿਸਡਿਕਸ਼ਨ ਤੁਸੀਂ ਸਿੰਪਲੀ ਬਿਕੋਜ਼ 2 ਬੰਦਿਆਂ ਦੇ ਵਿੱਚ ਝਗੜਾ ਹੈ ਤੇ ਕੋਰਟ ਨਹੀਂ ਜਾ ਸਕਦੇ, ਇਹ ਕਿੱਥੋਂ ਦਾ ਇਹ ਕਾਨੂੰਨ ਹੈ? ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਕਿ ਇਹੋ ਜਿਹਾ ਕਾਨੂੰਨ ਜਿਹੜਾ ਕਦੀ ਵੀ ਉਹ ਠੀਕ ਜਾਂ ਉਹਨੂੰ ਕਨਸਟੀਟਿਊਸ਼ਨਲ ਕਾਨੂੰਨ ਕਿਹਾ ਜਾ ਸਕਦਾ।
ਬਿਲਕੁਲ ਕਿਤੇ ਨਾ ਕਿਤੇ ਕਿਸਾਨਾਂ ਨੂੰ ਪਿੰਗਲਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਿ ਕਿਸਾਨ ਜਿਹੜੇ ਉਹ ਤਰਲੇ ਕੱਢਦੇ ਫਿਰਨ, ਭਾਵੇਂ ਜਾ ਕੇ ਉਹ ਕਾਰਪੋਰੇਟਾਂ ਦੇ ਜਿਵੇਂ ਕਹਿ ਦਿੰਦੇ ਨੇ ਕਿ ਬੰਬੇ ਜਾ ਕੇ ਕਿੱਥੇ, ਅੱਜ ਤਾਂ ਇੱਥੇ ਆੜਤੀਆਂ ਦੇ। ਤੁਸੀਂ ਵਿਚੋਲੀਆਂ ਨੂੰ ਕਿੱਦਾਂ ਦੇਖਦੇ ਹੋ? ਜਿਵੇਂ ਕਿਹਾ ਗਿਆ ਇਹਨਾਂ ਵੱਲੋਂ ਕਿ ਵਿਚੋਲੀਏ ਜਿਹੜੇ ਨੇ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਸੀ, ਸਿੱਧੀ ਤੁਹਾਡੀ ਜਿਹੜੀ ਪਹੁੰਚ ਕਰ ਦਿੱਤੀ ਗਈ ਹੈ, ਇਹਨੂੰ ਕਿੱਦਾਂ ਦੇਖਦੇ ਹੋ ਆੜਤੀ ਸਿਸਟਮ ਨੂੰ? ਬਿਲਕੁਲ ਆੜਤੀ ਸਿਸਟਮ ਦੇਖੋ ਜੀ, ਤੁਸੀਂ ਜਿਨ੍ਹਾਂ ਨੇ ਪ੍ਰੈਕਟੀਕਲੀ ਦੇਖਿਆ ਹੋਇਆ ਨਾ ਪਿੰਡਾਂ 'ਚ ਰਹਿ ਕੇ, ਉਹਨਾਂ ਨੂੰ ਆੜਤੀਆ ਸਿਸਟਮ ਦੀ ਵੈਲਿਊ ਪਤਾ ਹੈ। ਆੜਤੀਆ ਹੋ ਸਕਦਾ ਹੈ ਕਿ ਥੋੜਾ ਜਿਹਾ ਉਹ ਇੰਟਰਸਟ ਜਿਹੜਾ ਹੋ ਸਕਦਾ ਥੋੜਾ ਹਾਰਸ਼ ਚਾਰਜ ਕਰਦਾ ਹੋਵੇ ਕਿਸਾਨਾਂ ਕੋਲੋਂ, ਬਟ ਉਹਨਾਂ ਦੀ ਲੋੜ ਇਮੀਡੀਏਟਲੀ ਪੈਰ ਤੇ ਜਿਹੜਾ ਮੀਟ ਕਰਦਾ ਹੈ ਉਹ, ਜਦੋਂ ਉਹਨੂੰ ਇਮੀਡੀਏਟਲੀ ਲੋੜ ਹੁੰਦੀ ਹੈ। ਔਰ ਇਹ ਸਿਸਟਮ ਅੱਜ ਤੱਕ ਕਈ ਸਾਲਾਂ ਤੋਂ ਵਰਕ ਕਰ ਰਿਹਾ। ਇਨਫੈਕਟ ਉਹ ਇੱਕ ਉਹਨੂੰ ਵਿਚੋਲੀਆ ਨਹੀਂ ਕਿਹਾ ਜਾ ਸਕਦਾ ਮੇਰੇ ਵਿਚਾਰ ਨਾਲ, ਉਹ ਇੱਕ ਫੈਸਿਲੀਟੇਟਰ ਹੈ। ਉਹ ਤੁਸੀਂ ਤੁਹਾਡੀ ਫਸਲ ਜਾਂਦੀ ਹੈ, ਉਹਨੂੰ ਲਾਉਂਦਾ ਹੈ, ਉਹਨੂੰ ਸਾਫ਼ ਕਰਦਾ ਹੈ, ਉਹਨੂੰ ਫਿਰ ਆਪਣਾ ਉਹਦੀ ਬੋਲੀ ਲਵਾਉਂਦਾ ਹੈ, ਫਿਰ ਉਹ ਉਹਨੂੰ ਵੇਚਦਾ ਹੈ, ਆਪਣਾ ਭਰਦਾ ਹੈ ਗਵਰਨਮੈਂਟ ਵਾਸਤੇ, ਉਹਨੂੰ ਸਟੋਰ ਰੱਖਦਾ ਹੈ, ਗਵਰਨਮੈਂਟ ਦੀ ਬੋਲੀ ਲੱਗ ਕੇ ਉਹਨੂੰ ਵੇਚਦਾ ਹੈ। ਤਾਂ ਉਹ ਵਿਚੋਲੀਆ ਨਹੀਂ ਹੈ, ਉਹ ਤਾਂ ਇੱਕ ਸਰਵਿਸ ਪ੍ਰੋਵਾਈਡਰ ਹੈ ਮੇਰੇ ਵਿਚਾਰ ਨਾਲ। ਇਹ ਜਿਹੜਾ ਉਹਨੂੰ ਵਿਚੋਲੀਏ ਦਾ ਨਾਮ ਦਿੱਤਾ ਗਿਆ ਹੈ, ਇਟਸ ਨਾਟ ਐਪਰੋਪ੍ਰੀਏਟ ਮੇਰੇ ਵਿਚਾਰ ਨਾਲ। ਉਹ ਇੱਕ ਸਰਵਿਸ ਪ੍ਰੋਵਾਈਡਰ ਹੈ ਐਂਡ ਪਲੱਸ ਉਹ ਇੱਕ ਕਿਸਾਨ ਦੀ ਲੋੜ ਵੇਲੇ ਦੀ ਨੀਡ ਜਦੋਂ ਇਮੀਡੀਏਟ ਹੁੰਦੀ ਹੈ ਉਹਨੂੰ ਪੂਰੀ ਕਰਦਾ। ਇਹ ਬੈਂਕਿੰਗ ਸਿਸਟਮ ਜਿਹੜਾ ਸਾਡਾ ਹੈ ਨਾ, ਉਹ ਵੀ ਕਿਸਾਨ ਦੀ ਨੀਡ ਨਹੀਂ ਪੂਰੀ ਕਰ ਸਕਿਆ। ਇਸੇ ਕਰਕੇ ਹੀ ਇਹ ਜਿਹੜਾ ਆੜਤੀਆ ਦਾ ਸਿਸਟਮ ਹੈ, ਜਿਹੜੇ ਹੈਗੇ ਨੇ, ਪਲੱਸ ਦੇ ਆਰ ਰਜਿਸਟਰਡ, ਦੇ ਆਰ ਗਵਰਨਡ ਬਾਏ ਦੀ ਲਾਅ। ਔਰ ਉਹ ਇਸ ਤਰ੍ਹਾਂ ਕੋਈ ਨਹੀਂ ਕਰ ਸਕਦੇ ਕਿ ਕੱਲ ਨੂੰ ਜਦੋਂ ਪੈਨ ਤੇ ਜਿਹੜੀ ਫਸਲ ਖਰੀਦੀ ਗਈ, ਜੇ ਬੰਦਾ ਲੈ ਕੇ ਚਲਾ ਗਿਆ, ਪੈਸੇ ਨਹੀਂ ਦਿੱਤੇ, ਤੇ ਕਿੱਥੇ ਜਾਏਗਾ ਕਿਸਾਨ? ਤੁਸੀਂ ਸਮਝਦੇ ਹੋ ਕਿ ਕੋਈ ਜਿਹੜਾ ਕਾਰਪੋਰੇਟ ਲਾਈਕ ਅਡਾਨੀ ਐਂਡ ਅੰਬਾਨੀ ਵਰਗਾ ਹੈ, ਉਹਦੇ ਨਾਲ ਕੋਈ 5 ਕਿੱਲੇ ਵਾਲਾ ਜਾਂ 50 ਕਿੱਲੇ ਵਾਲਾ ਕਿਸਾਨ ਵੀ ਕਦੀ ਉਹਦੇ ਨਾਲ ਲਿਟੀਗੇਸ਼ਨ 'ਚ ਪੈ ਸਕਦਾ ਹੈ? ਉਹ ਤਾਂ ਟਾਇਰ ਆਊਟ ਕਰ ਦੂਗਾ, ਉਹਨਾਂ ਨੂੰ ਮਾਰ ਦੂਗਾ। ਉਹਨਾਂ ਦੇ ਕੋਲ ਤਾਂ ਇੰਨੇ ਰਿਸੋਰਸਿਸ ਨੇ, ਕਿਸਾਨ ਤਾਂ ਬਿਲਕੁਲ ਖਤਮ ਹੋ ਜਾਏਗਾ ਜੇ ਕੋਈ ਲੜਾਈ ਦਾ ਝਗੜਾ ਦਾ। ਔਰ 1 ਸਾਲ ਦੀ ਫਸਲ ਜੇ ਕਿਸਾਨ ਦੀ ਕੋਈ ਨੂੰ ਪੈਸੇ ਨਾ ਮਿਲੇ ਤਾਂ ਉਹ ਤਾਂ ਬਿਲਕੁਲ ਰੂਇਨ ਹੋ ਜਾਏਗਾ, ਅਗਲੀ ਫਸਲ ਨਾ ਬੀਜ ਸਕੇਗਾ, ਨਾ ਉਹ ਘਾਟਾ ਕਦੀ ਪੂਰਾ ਹੋ ਹੀ ਨਹੀਂ ਸਕਦਾ ਸਾਰੀ ਜ਼ਿੰਦਗੀ ਉਹਦੇ ਵਿੱਚ। ਬਿਲਕੁਲ ਬਿਲਕੁਲ ਬਿਲकुल ਬੜੀ ਗੰਭੀਰਤਾ ਦਾ ਮਸਲਾ ਹੈ, ਕਿਉਂਕਿ ਗੱਲ ਇਹ ਹੈ ਕਿ ਜਦੋਂ ਅਸੀਂ ਆੜਤੀਆਂ ਕੋਲ ਜਾਂਦੇ ਆ ਤਾਂ ਕਿਤੇ ਜਿਵੇਂ ਧੀ ਦਾ ਵਿਆਹ ਹੋ ਗਿਆ, ਜਿਹੜੇ ਕਿਸਾਨ ਨੇ ਉਹ ਫੱਟਦੇ ਨੇ ਆੜਤੀਆਂ ਕੋਲ, ਕਿਤੇ ਪੁੱਤਰ ਧੀ ਨੂੰ ਪੜਾਉਣਾ ਲਿਖਾਉਣਾ ਤਾਂ ਵੀ ਫੱਟਦੇ ਨੇ, ਆੜਤੀਆਂ ਦੇ ਬੂਹੇ ਨੂੰ ਜਾ ਕੇ ਖੜਕਾ ਲੈਂਦੇ ਨੇ, ਤੇ ਉਹ ਦਰਵਾਜ਼ੇ ਉਹਨਾਂ ਦੇ ਖੁੱਲੇ ਰਹਿੰਦੇ ਨੇ ਕਿ ਆਓ ਭਾਈ ਤੁਸੀਂ ਆਪਣਾ ਜਿੰਨਾ ਵੀ ਵਿਆਜ ਭਾਵੇਂ ਵੱਧ ਹੋਵੇ, ਮੌਕਾ ਸਰ ਜਾਂਦਾ। ਪਰ ਇਹ ਕਾਰਪੋਰੇਟ ਵਾਲਿਆਂ ਦੇ ਤਰਲੇ ਕਿੱਦਾਂ ਕੱਢਣਗੇ? ਸਰ ਇੱਕ ਹੋਰ ਗੱਲ, ਅਸੀਂ ਮਨੁੱਖੀ ਅਧਿਕਾਰਾਂ ਦੀ ਇੱਥੇ ਗੱਲ ਕਰੀਏ, ਜਦੋਂ ਡੈਮੋਕ੍ਰੈਟਿਕ ਰਾਈਟਸ ਦੀ ਗੱਲ ਆਉਂਦੀ ਹੈ, ਲੋਕਤੰਤਰ ਕਹਿੰਦੇ ਸਾਡਾ ਦੇਸ਼ ਹੈ, ਲੋਕਤੰਤਰ ਦੀ ਜਿਹੜੀ ਜਿੱਤ ਹੁੰਦੀ ਹੈ ਇੱਥੇ, ਪਰ ਲੋਕਤੰਤਰਿਕ ਤਰੀਕੇ ਦੇ ਨਾਲ ਜਿਵੇਂ ਪੰਜਾਬ ਤੋਂ ਕਿਸਾਨ ਨਿਕਲੇ, ਕੀ ਇੱਕ ਸੂਬਾ ਦੂਜੇ ਸੂਬੇ ਨੂੰ ਆਪਣੇ ਸੂਬੇ 'ਚ ਐਂਟਰ ਹੋਣ ਤੋਂ ਰੋਕ ਸਕਦਾ ਲੋਕਾਂ ਨੂੰ ਇਸ ਤਰੀਕੇ ਨਾਲ ਅੰਦੋਲਨ ਜੇ ਕੋਈ ਕਰੇ, ਆਪਣੇ ਹੱਕੀ ਮੰਗਾਂ ਲਈ ਉੱਠੇ? ਬਿਲਕੁਲ ਗਲਤ ਗੱਲ ਹੈ ਜੀ ਕਿ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਪੀਸਫੁਲ ਜਿਹੜਾ ਪ੍ਰੋਟੈਸਟ ਕਰਨਾ ਇੱਕ ਕਨਸਟੀਟਿਊਸ਼ਨਲੀ ਗਾਰੰਟੀਡ ਐਂਡ ਪ੍ਰੋਟੈਕਟਡ ਰਾਈਟ ਹੈ। ਉਹ ਕਿਸਾਨ ਕੋਈ ਵੀ ਬੰਦਾ, ਹਾਂ ਅਗਰ ਕੋਈ ਵਾਇਲੈਂਟ ਹੋ ਰਿਹਾ ਹੈ ਜਾਂ ਕੋਈ ਵਾਇਲੈਂਸ ਯੂਜ਼ ਕਰ ਰਿਹਾ ਹੈ, ਉਹਦੇ ਬਾਰੇ ਸਟੇਟ ਦਾ ਰਾਈਟ ਬਣਦਾ ਹੈ ਕਿ ਉਹਨੂੰ ਉਹ ਰੋਕ ਸਕੇ ਔਰ ਉਹਨੂੰ ਇਫੈਕਟਿਵ ਮੈਜਰਸ ਨਾ ਕਰ ਸਕੇ। ਪਰ ਜੇ ਕਿਸਾਨ ਜਾਂ ਕੋਈ ਵੀ ਕਿਸਾਨ ਦੀ, ਦੇਖੋ ਐਜੀਟੇਸ਼ਨ ਦੀ ਇੱਕ ਬੜੀ ਹੀ ਸੁਚੱਜੀ ਗੱਲ ਹੈ ਕਿ ਕਿਸੇ ਵੀ ਕਿਸਾਨ ਨੇ ਅੱਜ ਤੱਕ ਕੋਈ ਵਾਇਲੈਂਟ ਮੀਨ ਇਖਤਿਆਰ ਹੀ ਨਹੀਂ ਕੀਤਾ। ਉਹ ਅੱਜ ਦਿੱਲੀ 'ਚ ਵੀ ਬਿਲਕੁਲ ਨॉन ਵਾਇਲੈਂਟ ਬੈਠੇ ਨੇ, ਕਿਸੇ ਨੂੰ ਕੋਈ ਮਤਲਬ ਮਾੜੀ ਜੀ ਝਰੀਟ ਵੀ ਨਹੀਂ ਆਈ ਕਿਸੇ ਇਸ ਐਜੀਟੇਸ਼ਨ ਦੇ ਦੌਰਾਨ। ਜੇ ਕੋਈ ਕਿਸੇ ਨੂੰ ਨੁਕਸਾਨ ਹੋਇਆ ਹੈ ਤੇ ਕਿਸਾਨਾਂ ਦੀ 4-5 ਕਿਸਾਨਾਂ ਦੀ ਮੌਤ ਹੋ ਗਈ ਹੈ, ਜਾਂ ਉਹ ਠੰਡ ਕਰਕੇ ਕਹਿ ਲਓ, ਜਾਂ ਉਹ ਉਸ ਹਾਰਸ਼ ਮੇਜਰ ਜਿਹੜੇ ਇਨ ਬਿਟਵੀਨ ਸਟੇਟ ਨੇ ਯੂਜ਼ ਕੀਤੇ ਉਹਦੇ ਕਰਕੇ ਕਹਿ ਲਓ, ਕੋਈ ਵੀ ਕਾਰਨ ਹੋ ਸਕਦਾ ਹੈ। ਇਹ ਤਾਂ ਅਜੇ ਆਇਆ ਨਹੀਂ, ਸਾਹਮਣੇ ਨਹੀਂ ਆਇਆ। ਬਟ ਕੋਈ ਰਾਈਟ ਨਹੀਂ ਬਣਦਾ ਕਿਸੇ ਸਟੇਟ ਦਾ। ਜੇ ਫਰਜ਼ ਕਰੋ ਕਿ ਮੈਂ ਅੱਜ ਦਿੱਲੀ ਜਾਣਾ ਹੋਵੇ ਤੇ ਰਾਜ ਹਰਿਆਣੇ ਵਾਲੇ ਕਹਿਣ ਤੇ ਸਾਨੂੰ ਅਸੀਂ ਜਾਂ ਗਵਰਨਮੈਂਟ ਕਵੇ ਜਾਂ ਪੁਲਿਸ ਕਹੇ ਤੁਹਾਨੂੰ ਰੋਕ ਦਿੰਦੇ, ਤੇ ਇਹ ਤੇ ਫਿਰ ਇੱਕ ਮੇਰੀ ਫੰਡਾਮੈਂਟਲ ਰਾਈਟ ਦੀ ਵਾਇਓਲੇਸ਼ਨ ਹੈ। ਰਾਈਟ ਟੂ ਮੂਵ ਫ੍ਰੀਲੀ ਇਨ ਐਨੀ ਪਾਰਟ ਆਫ ਦ ਕੰਟਰੀ ਇਜ਼ ਅ ਫੰਡਾਮੈਂਟਲ ਰਾਈਟ ਗਰੰਟਿਡ ਬਾਈ ਦੀ ਕਨਸਟੀਟਿਊਸ਼ਨ। ਮੈਂ ਜਿੱਥੇ ਮਰਜ਼ੀ ਆਪਣੀ ਮਰਜ਼ੀ ਨਾਲ ਮੂਵ ਕਰ ਸਕਦਾ, ਜਿੱਥੇ ਮਰਜ਼ੀ ਆਪਣਾ ਜਾ ਕੇ ਰਹਿ ਸਕਦਾ। ਇਹ ਮੇਰਾ ਕਨਸਟੀਟਿਊਸ਼ਨਲੀ ਗਰੰਟਿਡ ਰਾਈਟ ਹੈ। ਔਰ ਜੇ ਇਹਨੂੰ ਰੋਕਿਆ ਜਾਂਦਾ ਤੇ ਮੇਰੇ ਵਿਚਾਰ ਨਾਲ ਇਹ ਕਨਸਟੀਟਿਊਸ਼ਨ ਦੀ ਤੋਹੀਨ ਹੈ।
ਆਜ਼ਾਦ ਮੁਲਕ ਵਿੱਚ ਇਸੇ ਨੂੰ ਆਜ਼ਾਦੀ ਕਹਿੰਦੇ ਨੇ ਕਿ ਤੁਸੀਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਘੁੰਮ ਫਿਰ ਸਕਦੇ ਹੋ, ਜਿਹੜੇ ਮਰਜ਼ੀ ਸੂਬੇ 'ਚ ਚਲੇ ਜਾਓ। ਪਰ ਗੱਲ ਇੱਥੇ ਸਰ ਇੱਕ ਹੋਰ ਦੱਸਿਓ ਕਿ ਕੀ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੇ ਸੂਮੋਟੋ ਨੋਟਿਸ ਲੈ ਸਕਦੇ ਨੇ ਇਸ ਮਸਲੇ ਦੇ ਉੱਤੇ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਇੱਕ ਤੋਂ ਦੂਜੇ ਸੂਬੇ 'ਚ ਐਂਟਰ ਨਹੀਂ ਹੋਣ ਦਿੱਤਾ ਗਿਆ, ਸੜਕਾਂ ਪੱਟ ਦਿੱਤੀਆਂ ਗਈਆਂ, ਬੈਰੀਕੇਡ ਕਈ ਜਿਹੜੀਆਂ ਲੇਅਰ ਬਣਾਈਆਂ ਗਈਆਂ ਕਿ ਕਿਸਾਨ ਅੱਗੇ ਵੀ ਨਾ ਵਧਣ, ਜਿਸ ਤਰੀਕੇ ਨਾਲ ਜ਼ਾਲਮਾਨਾ ਇੱਕ ਤਰੀਕੇ ਦਾ ਆਪਾਂ ਦੇਖ ਰਹੇ ਰਵੱਈਆ ਅਪਣਾਇਆ ਜਾ ਰਿਹਾ। ਦੇਖੋ ਜੀ, ਹਾਈ ਕੋਰਟ ਦੇ ਕੋਲ ਬੜੀ ਵਾਈਡ ਜੁਰਿਸਡਿਕਸ਼ਨ ਹੈ। ਜੇ ਕਿਸੇ ਵੀ ਆਦਮੀ ਦਾ ਕੋਈ ਫੰਡਾਮੈਂਟਲ ਰਾਈਟ ਵਾਇਓਲੇਟ ਹੁੰਦਾ ਹੈ ਤਾਂ ਹਾਈ ਕੋਰਟ ਐਂਡ ਸੁਪਰੀਮ ਕੋਰਟ ਆਰ ਪ੍ਰੋਟੈਕਟਰ ਆਫ that ਫੰਡਾਮੈਂਟਲ ਰਾਈਟ। ਤੁਸੀਂ ਹੁਣੇ ਦੇਖਿਆ ਹੋਇਆ ਇੱਕ ਸੁਪਰੀਮ ਕੋਰਟ ਨੇ ਬੜੀ ਜਜਮੈਂਟ ਦਿੱਤੀ ਹੈ ਕਿ ਜਿਹੜਾ ਰਾਈਟ ਆਫ ਪ੍ਰੋਟੈਕਸ਼ਨ ਹੈ ਇੱਕ ਜਰਨਲਿਸਟ ਨੂੰ ਦਿੱਤੀ ਹੈ ਜਿਹੜੀ। ਔਰ ਮੈਨੂੰ ਇੱਕ ਬੜੇ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਹੈ ਕਿ ਜੇ ਆਮ ਆਦਮੀ ਦਾ ਰਾਈਟ ਵਾਇਓਲੇਟ ਹੁੰਦਾ ਹੈ ਨਾ ਤੇ ਕੋਰਟਸ ਬਹੁਤਾ ਕੁਝ ਉਹਦੇ ਵੱਲ ਤਰਜੀਹ ਨਹੀਂ ਦਿੰਦੇ ਜਾਂ ਧਿਆਨ ਨਹੀਂ ਦਿੰਦੇ। ਜੇ ਕਿਸੇ ਸੈਲੀਬ੍ਰਿਟੀ ਦਾ ਰਾਈਟ ਕੋਈ ਵਾਇਓਲੇਟ ਹੁੰਦਾ ਹੈ ਤੇ ਕੋਰਟ ਬੜੀ ਛੇਤੀ ਉਹਦੀ ਮਤਲਬ ਕਿ ਉਹਦੇ ਪੱਖ ਵਿੱਚ ਆ ਜਾਂਦੇ ਨੇ ਜਾਂ ਉਹਨੂੰ ਰਿਲੀਫ ਦੇ ਦਿੰਦੇ ਨੇ ਤੇ ਫਿਰ ਕਾਫੀ ਵੱਡਾ ਚੌੜਾ ਮਤਲਬ ਸਰਮਨਸ ਵੀ ਹੁੰਦੇ ਨੇ ਕਿ ਜੀ ਇਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਤੁਸੀਂ ਕਦੀ ਦੇਖਿਆ ਕਿਸੇ ਗਰੀਬ ਆਦਮੀ ਦਾ ਰਾਈਟ ਵਾਇਓਲੇਟ ਹੋਇਆ ਹੋਵੇ ਤੇ ਉਹ ਆ ਕੇ ਸੁਪਰੀਮ ਕੋਰਟ 'ਚ ਸਿੱਧਾ ਇਸ ਤਰ੍ਹਾਂ ਜਾਵੇ, ਉਹਨੂੰ ਸੁਪਰੀਮ ਕੋਰਟ ਵਿੱਚ ਰਿਟ ਪਟੀਸ਼ਨ ਦੇ ਵਿੱਚ ਉਹਨੂੰ ਰਿਲੀਫ ਮਿਲ ਜਾਏ ਕਿ ਜੀ ਇਹਦੀ ਜਿਹੜੀ ਆ ਇਹਦੀ ਹਿਊਮਨ ਰਾਈਟ ਵਾਇਓਲੇਸ਼ਨ ਹੋਏ ਨੇ ਜਾਂ ਇਹਦੇ ਪਰਸਨਲ ਰਾਈਟ ਵਾਇਓਲੇਸ਼ਨ ਹੋਏ ਨੇ ਔਰ ਉਹਨੂੰ ਰਿਲੀਜ਼ ਕੀਤਾ ਜਾਂਦਾ ਹੈ। ਤੁਹਾਨੂੰ ਹੁਣੇ ਹੀ ਐਗਜ਼ਾਮਪਲ ਹੋਏਗੀ, ਇੱਕ ਕਈ ਲੋਕੀ ਐਸੇ ਨੇ ਜਿਹੜੇ ਵਿਚਾਰੇ ਮਹੀਨਿਆਂ ਸਾਲਾਂ ਜੇਲ੍ਹਾਂ 'ਚ ਸੜਦੇ ਰਹਿੰਦੇ ਨੇ, ਉਹਨਾਂ ਦੀਆਂ ਕੇਸਿਸ ਉਹਨਾਂ ਦੇ ਪਾਏ ਸੁਣਵਾਈਆਂ ਨਹੀਂ ਹੁੰਦੀਆਂ। ਤੋ ਜੁਡੀਸ਼ਰੀ ਨੂੰ ਮੇਰੇ ਵਿਚਾਰ ਨਾਲ ਜੇ ਕਿਸੇ ਦੀ ਵਾਇਓਲੇਸ਼ਨ ਹੈ ਸੋ ਮੋਟੋ ਨੋਟਿਸ ਲੈਣਾ ਜੁਡੀਸ਼ਰੀ ਦਾ ਬਿਲਕੁਲ ਲੈ ਸਕਦੀ ਹੈ। ਉਹ ਨਾ ਉਹਨੂੰ ਐਕਸਰਸਾਈਜ਼ ਕਰਨ ਮੈਂ ਨਹੀਂ ਕਹਿ ਸਕਦਾ, ਬਟ ਜੇ ਕਿਸੇ ਦੀ ਵਾਇਓਲੇਸ਼ਨ ਹੁੰਦੀ ਹੈ, ਹਿਊਮਨ ਰਾਈਟ ਦੀ ਵਾਇਓਲੇਸ਼ਨ ਹੁੰਦੀ ਹੈ, ਜਿਸ ਹਿਸਾਬ ਨਾਲ ਜਾਸਤੀ ਕੀਤੀ ਜਾਂਦੀ ਹੈ, ਤੋ ਕੋਰਟਸ ਆਰ देयर ਟੂ ਪ੍ਰੋਟੈਕਟ ਦੀ ਕਾਮਨ ਸਿਟੀਜ਼ਨਸ ਫॉर ਦੀ ਵਾਇਓਲੇਸ਼ਨ ਆਫ देयर ਫੰਡਾਮੈਂਟਲ ਰਾਈਟਸ। ਜੀ ਸਰ, ਪਿਛਲੇ ਕੁਝ ਸਮੇਂ 'ਚ ਕਿਸਾਨਾਂ ਦੇ ਜਿਹੜੇ ਖਿਲਾਫ ਲਗਾਤਾਰ ਕਈ ਫੈਸਲੇ ਹੋ ਜਿਹੇ ਜਿਵੇਂ ਖੇਤੀ ਕਾਨੂੰਨ ਹੋ ਗਿਆ। ਇਹਦੇ ਵਿਚਾਲੇ ਮੈਂ ਪਰਾਲੀ ਦੇ ਧੂਏ ਬਾਰੇ ਜਾਣਨਾ ਚਾਹਾਂਗਾ ਕਿ ਅਦਾਲਤ ਨੇ ਤੁਸੀਂ ਦੇਖਿਆ ਕਿ ਕਹਿ ਦਿੱਤਾ ਗਿਆ, ਸਰਕਾਰਾਂ ਨੇ ਕਹਿ ਦਿੱਤਾ ਕਿ 1 ਕਰੋੜ ਜੁਰਮਾਨਾ, 5 ਸਾਲ ਦੀ ਸਜ਼ਾ ਕਿਸਾਨਾਂ ਨੂੰ ਹੋਏਗੀ। ਪਰਾਲੀ ਦੇ ਧੂਏ ਨੂੰ ਲੈ ਕੇ ਵੀ ਕਿਸਾਨਾਂ ਨੂੰ ਜਿਹੜਾ ਉਹ ਨਿਸ਼ਾਨਾ ਰੱਖਿਆ ਜਾਂਦਾ ਉਹਨਾਂ ਤੇ। ਸਰਕਾਰਾਂ ਦੇ ਉੱਤੇ ਕਿਉਂ ਨਹੀਂ ਇਹ ਗੱਲ ਕਹੀ ਜਾਂਦੀ ਕਿ ਤੁਸੀਂ ਕਿਸਾਨਾਂ ਨੂੰ ਪ੍ਰਬੰਧ ਕਰਕੇ ਦਿਓ? ਜੇ ਪਰਾਲੀ ਦਾ ਧੂਆਂ ਹੁੰਦਾ ਜਾਂ ਕਿਸੇ ਵੀ ਤਰੀਕੇ ਦਾ ਧੂਆਂ ਹੁੰਦਾ ਤਾਂ ਲੋਕਾਂ ਦੀ ਰੱਖਿਆ ਦੇ ਲਈ ਕਿਉਂ ਨਹੀਂ ਗੱਲ ਕੀਤੀ ਜਾਂਦੀ? ਕਿਸਾਨਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹਰ ਵਾਰ। ਇਹਦੇ 'ਚ ਮੈਂ ਨਹੀਂ ਮੰਨਦਾ ਕਿ ਜੇ ਪਰਾਲੀ ਪੰਜਾਬ ਜਾਂ ਹਰਿਆਣੇ ਦੇ ਵਿੱਚ ਜੇ ਉਹਨੂੰ ਅੱਗ ਲਗਾਈ ਜਾਂਦੀ ਹੈ ਤੇ ਉਹਦਾ ਅਸਰ ਦਿੱਲੀ 'ਚ ਹੁੰਦਾ। ਜੇ ਕਿਤੇ ਉਹਦਾ ਅਸਰ ਹੋਵੇ ਤਾਂ ਆਲੇ ਦੁਆਲੇ ਉਸ ਜਗ੍ਹਾ ਤੇ ਹੋਣਾ ਚਾਹੀਦਾ ਜਿੱਥੇ ਉਹਨੂੰ ਅੱਗ ਲਾਈ ਜਾਂਦੀ ਹੈ। ਪਲੱਸ ਜੇ ਕਿਸਾਨਾਂ ਨੂੰ ਕੋਈ ਆਲਟਰਨੇਟਿਵ ਦਿਓ। ਜੇ ਕਿਸਾਨ ਇੱਕ ਗਰੀਬ ਆਦਮੀ ਜਿਹੜਾ ਕਿਸਾਨ ਹੈ, ਗਰੀਬ ਜਿਹੜਾ 4-5 ਕਿੱਲੇ ਮਾਰਜਨਲ ਫਾਰਮਰ ਹੈ, ਉਹਨੇ ਆਪਣਾ ਝੋਨਾ ਵੱਢ ਕੇ ਤੇ ਫਿਰ ਕਣਕ ਬੀਜਣੀ ਹੈ ਤੇ ਉਹ ਕਿੱਦਾਂ ਪੈਲੀ ਨੂੰ ਆਪਣੀ ਨੂੰ ਤਿਆਰ ਕਰੇਗਾ ਜੇ ਉਹਨੂੰ ਕੋਈ ਜ਼ਰੀਆ ਨਹੀਂ ਦਿੱਤਾ ਜਾਂਦਾ? ਤੇ ਇਹ ਫਿਨੋਮੇਨਾ ਜਿਹੜਾ ਹੈ ਕੋਈ ਹੁਣ ਰੀਸੈਂਟ ਹੋ ਗਿਆ ਕਿ ਬੜਾ ਕੋਰਟਸ ਨੇ ਨੋਟਿਸ ਲੈ ਲਿਆ ਜੀ ਕਿ ਜੀ ਇਹ ਪੋਲਿਊਸ਼ਨ ਹੋ ਗਈ, ਦਿੱਲੀ 'ਚ ਪੋਲਿਊਸ਼ਨ ਹੋ ਗਈ। ਤੁਸੀਂ ਦੱਸੋ, ਪਰਾਲੀ ਦਾ ਸਾੜਨ ਦਾ ਸੀਜ਼ਨ ਤਾਂ ਫਿਊ ਡੇਜ਼ ਹੁੰਦਾ ਨਾ। ਝੋਨੇ ਨੂੰ ਜਦੋਂ ਕੱਟ ਲਿਆ ਉਸ ਤੋਂ ਬਾਅਦ ਪਰਾਲੀ ਲੋਕੀ ਸਾੜਦੇ ਨੇ ਤੇ ਬਾਕੀ ਦਿੱਲੀ 'ਚ ਪੋਲਿਊਸ਼ਨ ਕੀ ਠੀਕ ਰਹਿੰਦੀ ਹੈ ਡਿਊਰਿੰਗ ਦ ਰਿਮੇਨਿੰਗ ਪੀਰੀਅਡ? ਦਿੱਲੀ 'ਚ ਵਰਸਟ ਪੋਲਿਊਸ਼ਨ ਰਹਿੰਦੀ ਹੈ ਬਾਕੀ ਟਾਈਮ ਤੇ। ਉਦੋਂ ਕਿਹੜਾ ਸੜਨ ਨਾਲ ਪੰਜਾਬ ਤੇ ਹਰਿਆਣੇ ਦੇ ਝੋਨਾ ਸੜਨ ਨਾਲ, ਪਰਾਲੀ ਸੜਨ ਨਾਲ ਜਿਹੜੀ ਪੋਲਿਊਸ਼ਨ ਹੁੰਦੀ ਹੈ? ਇਹ ਇੱਕ ਫਾਰਸਿਕਲ ਜੀ ਗੱਲ ਹੈ। ਤੇ ਜਿਨ੍ਹਾਂ ਨੂੰ ਗਰਾਊਂਡ ਲੈਵਲ ਤੇ ਖੇਤੀ ਮਜ਼ਦੂਰ ਦੇ ਜਿਹੜੇ ਮਤਲਬ ਡਿਫਿਕਲਟੀਜ਼ ਨੇ ਉਹਨਾਂ ਦਾ ਨਹੀਂ ਪਤਾ ਨਾ, ਉਹ ਇਹ ਇੱਥੇ ਆਪਣਾ ਵੱਡੇ ਜਗ੍ਹਾ ਤੇ ਬਹਿ ਕੇ ਉਹ ਕਈ ਕੁਝ ਕਹਿ ਸਕਦੇ ਨੇ ਇਹਨਾਂ ਬਾਰੇ ਜੀ ਇਹਨੂੰ ਅਸੀਂ ਸਖਤ ਕਾਨੂੰਨ ਕਰਾਂਗੇ, ਅਸੀਂ ਇਹ ਬਣਾ ਦੇਾਂਗੇ। ਉਹ ਇੱਕ ਇੰਨਾ ਹਾਰਸ਼ ਪ੍ਰੋਵੀਜ਼ਨ ਬਣਾਉਣਾ, ਕਰੋੜ ਰੁਪਇਆ ਫਾਈਨ ਔਰ ਉਹਨੂੰ ਜੇਲ੍ਹ ਪਰਾਲੀ ਸਾੜਨ ਤੇ, ਇਟਸ ਅਨਫੇਅਰ। ਇਹੋ ਜਿਹਾ ਕਾਨੂੰਨ ਤੇ ਜਿਹੜਾ ਨਾ simply can be struck down on the ground that is unfair and unconstitutional। ਜੀ ਸਰ, ਅਖੀਰ ਦੇ ਵਿੱਚ ਤੁਸੀਂ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਵੀਰਾਂ ਨੂੰ ਜਾਂ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਬੇਨਤੀ ਕਰਦਾ, ਅਪੀਲ ਕਰਦਾ ਸਰਕਾਰ ਨੂੰ, ਜਿਹੜਾ ਸਾਡਾ ਰਿਟਨ ਅਸੀਂ 3 ਜੱਜ ਸਾਹਿਬਾਨ ਨੇ ਅਸੀਂ ਆਪਣਾ ਦਿੱਤਾ ਹੈ ਕਿ ਗਵਰਨਮੈਂਟ ਕਿਸਾਨਾਂ ਨਾਲ ਆਪਣਾ ਖੁੱਲੇ ਦਿਲ ਨਾਲ ਵਿਚਾਰ ਕਰੇ।
ਔਰ ਉਹਨਾਂ ਦੀ ਗ੍ਰੀਵੈਂਸ ਨੂੰ ਸਮਝੇ ਔਰ ਉਹਨਾਂ ਦੀ ਗ੍ਰੀਵੈਂਸ ਨੂੰ ਦੂਰ ਕਰੇ। ਅਦਰਵਾਈਜ਼ ਇਹ ਜਿਹੜਾ ਨਾ ਬੜਾ ਸੀਰੀਅਸ ਜਿਹਾ ਮਾਮਲਾ ਬਣਦਾ ਜਾ ਰਿਹਾ ਹੈ। ਇਹ ਤੁਸੀਂ ਦੱਸੋ, ਲੱਖਾਂ ਕਿਸਾਨ ਜਿਹੜੇ ਦਿੱਲੀ ਬੈਠੇ ਨੇ, ਉਹ ਕੋਈ ਆਪਣੇ ਖੁਸ਼ੀ ਲਈ ਬੈਠੇ ਨੇ? ਉਹ ਆਪਣੇ ਘਰ-ਬਾਰ ਛੱਡ ਕੇ 80-80 ਸਾਲ ਦੇ ਬਜ਼ੁਰਗ ਲੇਡੀਆਂ, ਸਾਡੀਆਂ ਮਾਤਾਵਾਂ ਉੱਥੇ ਬੈਠੀਆਂ ਨੇ ਔਰ ਉਹਨਾਂ ਦੀ ਕਈਆਂ ਦੀ ਮੌਤ ਹੋ ਰਹੀ ਹੈ। ਉਹ ਕੋਈ ਇਹ ਕਿਸੇ ਨੂੰ ਕੋਈ ਚਾਹੁੰਦਾ ਹੈ ਕੋਈ ਉਸ ਤਰ੍ਹਾਂ ਜਾ ਕੇ ਬੈਠੇ? ਮੇਰੇ ਹਿਸਾਬ ਨਾਲ ਗਵਰਨਮੈਂਟ ਨੂੰ ਸ਼ੇਅਰ ਬਿਕੋਜ਼ ਆਫ ਇੰਨੇ ਲੋਕੀ ਇਕੱਠੇ ਸਾਰੇ। ਅੱਛਾ, ਇਹ ਜਿਹੜਾ ਐਜੀਟੇਸ਼ਨ ਹੈ ਪੰਜਾਬ 'ਚ ਨਹੀਂ, ਹਰਿਆਣੇ 'ਚ ਹੈ, ਆਂਧਰਾ ਪ੍ਰਦੇਸ਼ 'ਚ ਹੈ, ਮਹਾਰਾਸ਼ਟਰ 'ਚ ਹੈ, ਆਪਣਾ ਮੱਧ ਪ੍ਰਦੇਸ਼ 'ਚ ਹੈ, ਰਾਜਸਥਾਨ 'ਚ ਹੈ, ਯੂਪੀ 'ਚ ਹੈ। ਮਤਲਬ ਪੈਨ ਇੰਡੀਆ ਹੈ ਹੁਣ ਜਿਹੜੀ ਐਜੀਟੇਸ਼ਨ ਫਰਮ ਜਿਹੜਾ ਗ੍ਰੀਵੈਂਸ ਹੈ ਕਿਸਾਨਾਂ ਦਾ। ਤੇ ਗਵਰਨਮੈਂਟ ਨੂੰ ਸਮਝਣਾ ਚਾਹੀਦਾ। ਇਹ ਫਿਊ ਕਾਰਪੋਰੇਟਸ ਮੈਂ ਸਮਝਦਾ ਕਿ ਬੜੇ ਅਮੀਰ ਆਦਮੀ ਨੇ, ਉਹ ਦਿੱਲੀ 'ਚ ਬੈਠੇ ਕਈ ਚੀਜ਼ਾਂ ਮੈਨੀਪੂਲੇਟ ਕਰ ਸਕਦੇ ਨੇ, ਉਹ ਕੈਪੇਬਲ ਨੇ। ਕਿਸਾਨਾਂ ਦੇ ਕੋਲ ਨਾ ਤਾਂ ਫਾਈਨੈਂਸ਼ੀਅਲ ਰਿਸੋਰਸਿਸ ਨੇ ਐਕਸੈਪਟ ਫॉर ਉਹਨਾਂ ਨੂੰ ਆਪਣਾ ਆਪ ਅੱਗ 'ਚ ਝੋਕਣ ਵਰਗਾ ਜਿਹੜਾ ਸਿਸਟਮ ਹੈ, ਜਿਹੜੇ ਬੈਠੇ ਨੇ ਉਹ ਠੰਡ ਦੇ ਵਿੱਚ। ਉਸ ਤੋਂ ਇਲਾਵਾ ਉਹਨਾਂ ਕੋਈ ਚਾਰਾ ਹੀ ਕੋਈ ਨਹੀਂ। ਤੇ ਮੇਰੇ ਵਿਚਾਰ ਨਾਲ ਗਵਰਨਮੈਂਟ ਨੂੰ ਜ਼ਰੂਰ ਉਹਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਗ੍ਰੀਵੈਂਸਿਸ ਨੇ, ਉਹਨੂੰ ਦੂਰ ਕਰਨਾ ਚਾਹੀਦਾ ਜੀ। ਸ਼ੁਕਰੀਆ ਸਰ, ਸਾਨੂੰ ਸਮਾਂ ਦੇਣ ਦੇ ਲਈ ਧੰਨਵਾਦ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸੋ ਸਾਡੇ ਨਾਲ ਮੌਜੂਦ ਸਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ। ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਉੱਤੇ ਜਿਹੜਾ ਸੋਧ ਕਰ ਦੇਣੀ ਚਾਹੀਦੀ ਸੀ। ਕਿਸਾਨਾਂ ਦੇ ਹੱਕ ਦੇ ਵਿੱਚ ਜੋ ਕਿਸਾਨ ਮੰਗਦੇ ਨੇ ਉਹ ਕਿਸਾਨਾਂ ਨੂੰ ਦਿੱਤਾ ਜਾਣਾ ਚਾਹੀਦਾ। ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ। ਮੈਨੂੰ ਇਜਾਜ਼ਤ ਦਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।